ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਕਤੂ ਨੰਗਲ ਨਗਰ ਵਿਖੇ ਸੰਨ 1506 ਚ ਸੁਘਾ ਰੰਧਾਵਾ ਜੀ ਦੇ ਗ੍ਰਹਿ ਵਿਖੇ ਹੋਇਆ ਔਰ ਬਚਪਨ ਦਾ ਕੁਝ ਸਮਾਂ ਆਪ ਜੀ ਨੇ ਇਸੇ ਨਗਰ ਵਿਖੇ ਬਤੀਤ ਕੀਤਾ। ਫਿਰ ਇਹ ਪਰਿਵਾਰ ਕਥੂ ਨੰਗਲ ਤੋਂ ਰਮਦਾਸ ਨਗਰ ਵਿਖੇ ਚਲਾ ਗਿਆ ਔਰ ਤੀਜੀ ਉਦਾਸੀ ਦੀ ਸੰਪੂਰਨਤਾ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਜਦੋਂ ਉੱਥੇ ਪਹੁੰਚੇ ਹਨ ਰਮਦਾਸ ਨਗਰ ਵਿਖੇ, ਤੇ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਸੀ ਕਰੀਬਨ 12 ਵਰ੍ਹਿਆਂ ਦੀ ਔਰ ਮਾਤਾ ਪਿਤਾ ਨੇ ਇਸ ਬਾਲਕ ਦਾ ਨਾਮ ਰੱਖਿਆ ਸੀ ਬੂੜਾ। ਜਿਸ ਵਕਤ ਸਤਿਗੁਰਾਂ ਦੇ ਨਾਲ ਇਸ ਬਾਲਕ ਬੂੜੇ ਦੀ ਮੁਲਾਕਾਤ ਹੋਈ ਤੇ ਗੁਰੂ ਨਾਨਕ ਮਹਾਰਾਜ ਜੀ ਨੂੰ ਛਕਣ ਦੇ ਲਈ ਇਹਨਾਂ ਨੇ ਦੁੱਧ ਭੇਟ ਕੀਤਾ ਹੈ ਔਰ ਗੁਰੂ ਸੰਗਤ ਦਾ ਬੜਾ ਪ੍ਰਭਾਵ ਇਸ ਬੱਚੇ ਦੇ ਇਹਨਾਂ ਦੇ ਮਨ ਤੇ ਪਿਆ ਔਰ ਗੁਰੂ ਨਾਨਕ ਮਹਾਰਾਜ ਨੇ ਵੀ ਵੇਖਿਆ ਕਿ ਬੜੀ ਗੰਭੀਰਤਾ ਵਾਲੀ ਬਿਰਤੀ ਹੈ, ਇਕਾਗਰਤਾ ਵਾਲੀ ਬਿਰਤੀ ਹੈ, ਕੋਈ ਕਿਸੇ ਤਰ੍ਹਾਂ ਦੀ ਬਾਲ ਉਮਰ ਦੀ ਚੰਚਲਤਾ ਹੀ ਨਹੀਂ ਹੈ ਇਸ ਬੱਚੇ ਅੰਦਰ। ਕਿਉਂਕਿ ਜਿਹੜੀ ਬਾਲ ਉਮਰ ਹੈ, ਬਚਪਨ ਵਾਲੀ ਉਮਰ ਹੈ, ਆਪਾਂ ਜਾਣਦੇ ਹਾਂ ਸਾਡੇ ਘਰਾਂ 'ਚ ਬੱਚੇ ਹੁੰਦੇ ਨੇ ਤੇ ਬੱਚਾ ਫਿਰ ਕਿੱਦਾਂ ਸ਼ਰਾਰਤਾਂ ਕਰਦਾ ਹੈ, ਇੱਕ ਪਲ ਦੇ ਲਈ ਵੀ ਉਹਦੇ ਲਈ ਟਿਕ ਕੇ ਬਹਿਣਾ ਔਖਾ ਹੁੰਦਾ ਹੈ। ਔਰ ਵੈਸੇ ਵੀ ਜਿਵੇਂ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਹਨ ਕਿ ਸੁਧ ਨਾ ਹੋਵੇ ਬਾਲ ਬੁੱਧ ਬਾਲਕ ਲੀਲਾ ਵਿੱਚ ਵਿਹਾਵੇ। ਇਹ ਬੰਦ ਕਰ ਦਿਓ ਜੀ ਪੱਖਾ ਕੋਈ। ਤੇ ਪਰ ਉਹ ਬਾਲਕ ਬੂੜੇ ਦੀ ਬਿਰਤੀ ਬੜੀ ਗੰਭੀਰਤਾ ਵਾਲੀ ਬਿਰਤੀ, ਸਹਿਜ ਵਾਲੀ ਬਿਰਤੀ। ਸੰਗਤ ਜਿੰਨੀ ਉੱਥੇ ਜੁੜੀ ਸੀ ਉਹ ਤੇ ਸਾਰੇ ਉੱਠ ਕੇ ਚਲੇ ਗਏ, ਪਰ ਇਹ ਬਾਲਕ ਉੱਥੇ ਬੈਠਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਜੀ ਮੌਤ ਤੋਂ ਬੜਾ ਡਰ ਲੱਗਦਾ ਹੈ। ਮਹਾਰਾਜ ਕਹਿਣ ਲੱਗੇ ਤੂੰ ਤੇ ਬੜੀ ਛੋਟੀ ਉਮਰ ਹੈ ਤੇਰੀ, ਹੁਣੇ ਹੀ ਤੇਰੇ ਮਨ ਅੰਦਰ ਮੌਤ ਦਾ ਭੈ ਕਿੱਥੋਂ ਪੈਦਾ ਹੋ ਗਿਆ। ਇਹਨਾਂ ਨੇ ਫਿਰ ਕਹਿੰਦੇ ਹਨ ਜੋ ਇਤਿਹਾਸ ਅੰਦਰ ਸਾਡੇ ਲਿਟਰੇਚਰ ਅੰਦਰ ਲਿਖਿਆ ਮਿਲਦਾ ਹੈ, ਪ੍ਰਮਾਣਿਕ ਗ੍ਰੰਥਾਂ ਕਿਤਾਬਾਂ ਪੁਸਤਕਾਂ ਅੰਦਰ, ਇੱਕ ਤੇ ਉਦਾਹਰਣ ਇਹ ਦਿੱਤੀ ਜੀ ਮੇਰੀ ਮਾਂ ਜਿਸ ਵਕਤ ਅੱਗ ਬਾਲਦੀ ਹੈ ਤੇ ਵੱਡੀਆਂ ਲੱਕੜਾਂ ਦੀ ਬਜਾਏ ਉਹ ਛੋਟੀਆਂ ਲੱਕੜਾਂ ਨੂੰ ਪਹਿਲਾਂ ਚੁੱਲ੍ਹੇ 'ਚ ਪਾਉਂਦੀ ਹੈ, ਕਿਉਂਕਿ ਉਹਦਾ ਕਹਿਣਾ ਹੈ ਕਿ ਛੋਟੀਆਂ ਲੱਕੜਾਂ ਨੂੰ ਅੱਗ ਜਲਦੀ ਪਕੜਦੀ ਹੈ। ਤੇ ਉੱਥੇ ਮੇਰੇ ਮਨ 'ਚ ਵੀ ਮਹਾਰਾਜ ਇਹ ਖਿਆਲ ਆਇਆ ਕਿ ਇਹ ਕੋਈ ਪਤਾ ਨਹੀਂ ਹੈ, ਜਿਵੇਂ ਵੱਡੀਆਂ ਲੱਕੜਾਂ ਤੋਂ ਪਹਿਲਾਂ ਛੋਟੀਆਂ ਲੱਕੜਾਂ ਦੀ ਵਾਰੀ ਲੱਗ ਗਈ, ਵੱਡਿਆਂ ਤੋਂ ਪਹਿਲਾਂ ਛੋਟਿਆਂ ਦੀ ਵਾਰੀ ਲੱਗ ਸਕਦੀ ਹੈ। ਦੂਜੀ ਉਦਾਹਰਣ ਇਹਨਾਂ ਨੇ ਦਿੱਤੀ ਜੀ ਇੱਕ ਵਾਰ ਸਾਡੇ ਇੱਥੇ ਕੁਝ ਧਾੜਵੀ ਕੁਝ ਲੁਟੇਰੇ ਲੋਕ ਆਏ, ਉਹਨਾਂ ਨੇ ਸਾਡੀਆਂ ਫਸਲਾਂ ਵੱਢ ਲਈਆਂ, ਜਿੱਧਰੋਂ ਜਾਂਦੇ ਸਨ ਸਾਰਾ ਕੁਝ ਤਬਾਹ ਕਰਦੇ ਜਾਂਦੇ ਸਨ। ਜਿਹੜੀਆਂ ਪੱਕੀਆਂ ਸਨ ਉਹ ਤਾਂ ਵੱਡੀਆਂ ਹੀ ਵੱਡੀਆਂ, ਜਿਹੜੀਆਂ ਕੱਚੀਆਂ ਅੱਧ ਕੱਚੀਆਂ ਡੱਡਰੀਆਂ ਸਨ ਉਹ ਵੀ ਵੱਢ ਲਈਆਂ। ਤੇ ਮੈਂ ਉਹ ਵੀ ਵੇਖਿਆ ਤੇ ਮੇਰੇ ਮਨ ਤੇ ਉਹਦਾ ਵੀ ਪ੍ਰਭਾਵ ਬੜਾ ਗਹਿਰਾ ਅਸਰ ਹੋਇਆ ਕਿ ਜ਼ਰੂਰੀ ਨਹੀਂ ਹੈ ਵੱਡੀ ਪੱਕੀ ਤੋਂ ਬਾਅਦ ਹੀ ਜਾਵੇ, ਕਿਸੇ ਦੀ ਕੱਚਿਆਂ ਵੀ ਵਾਰੀ ਆ ਸਕਦੀ ਹੈ, ਕਿਸੇ ਦੀ ਵਕਤ ਤੋਂ ਪਹਿਲਾਂ ਵੀ ਵਾਰੀ ਆ ਸਕਦੀ ਹੈ। ਤੇ ਗੁਰੂ ਨਾਨਕ ਮਹਾਰਾਜ ਨੇ ਜਦੋਂ ਇਹ ਗੱਲਾਂ ਸੁਣੀਆਂ ਨਾ ਤੇ ਸਤਿਗੁਰੂ ਕਹਿਣ ਲੱਗੇ ਹੈ ਤੇ ਤੂੰ ਬੱਚਾ ਹੈ ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ। ਔਰ ਸੱਚ ਇਹ ਹੈ, ਹੋ ਸਕਦਾ ਕੋਈ ਬੁੱਢਾ ਵੀ ਇਦਾਂ ਦੀ ਗੰਭੀਰਤਾ ਦੇ ਨਾਲ ਕਿਸੇ ਨੇ ਬਜ਼ੁਰਗੀ ਦੀ ਉਮਰ 'ਚ ਜਾ ਕੇ ਵੀ ਕਦੇ ਇੰਨਾ ਗਹਿਰਾ ਨਾ ਸੋਚਿਆ ਹੋਵੇ ਜਿੰਨਾ ਗਹਿਰਾ ਧੰਨ ਬਾਬਾ ਬੁੱਢਾ ਸਾਹਿਬ 12 ਸਾਲ ਦੀ ਉਮਰ ਦੇ ਵਿੱਚ ਸੋਚਦੇ ਨੇ। ਬੜੀ ਗਹਿਰੀ ਬਿਰਤੀ, ਉੱਚੀ ਬਿਰਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੋਦ 'ਚ ਲਿਆ ਛੋਟਾ ਬੱਚਾ 12 ਵਰ੍ਹਿਆਂ ਦਾ ਔਰ ਕਹਿਣ ਲੱਗੇ ਤੇਰਾ ਨਾਮ ਕੀ ਹੈ।
ਕਹਿਣ ਲੱਗਾ ਜੀ ਬੂੜਾ। ਮਹਾਰਾਜ ਕਹਿਣ ਲੱਗੇ ਨਹੀਂ, ਤੂੰ ਬੂੜਾ ਨਹੀਂ ਹੈ, ਤੂੰ ਬੁੱਢਾ ਹੈ। ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ, ਕਿਉਂਕਿ ਗੱਲ ਕੇਵਲ ਬਜ਼ੁਰਗੀ ਦਾ ਸੰਬੰਧ ਮਨੁੱਖ ਦੀ ਸਰੀਰਕ ਉਮਰ ਦੇ ਨਾਲ ਨਹੀਂ ਹੁੰਦਾ ਹੈ, ਅਕਲ ਦੇ ਨਾਲ ਹੁੰਦਾ ਹੈ। ਅਕਲ ਕਿੰਨੀ ਬਾਣੀ 'ਚ ਮਹਾਰਾਜ ਨੇ ਉਹ ਪ੍ਰਮਾਣ ਵੀ ਧੰਨ ਗੁਰੂ ਅਮਰਦਾਸ ਸਾਹਿਬ ਦੇ ਹਨ, ਜਿੱਥੇ ਉਹ ਕਹਿੰਦੇ ਹਨ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਉਹ ਬਾਹਰੋਂ ਤੇ ਹਮੇਸ਼ਾ ਜਵਾਨ ਚੜ੍ਹਦੀ ਕਲਾ 'ਚ ਰਹਿੰਦੇ ਨੇ, ਬੁਢਾਪੇ 'ਚ ਵੀ ਬਾਬਾ ਬੁੱਢਾ ਸਾਹਿਬ ਦਾ ਜੀਵਨ ਜਿਵੇਂ ਜਿਵੇਂ ਹੁਣ ਆਪਾਂ ਦਰਸ਼ਨ ਕਰਾਂਗੇ ਪਤਾ ਲੱਗੇਗਾ ਸਰੀਰਕ ਉਮਰ ਕਿੰਨੀ ਵੱਡੀ ਹੋ ਗਈ ਹੈ, ਪਰ ਮਨ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਹੈ। ਇਹ ਉਹ ਪਹਿਲੀ ਮੁਲਾਕਾਤ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ, ਤੇ ਬਸ ਗੁਰੂ ਕੇ ਬਣ ਗਏ। ਫਿਰ ਗੁਰੂ ਕੇ ਬਣ ਕੇ ਸਾਰੀ ਜ਼ਿੰਦਗੀ ਬਤੀਤ ਕੀਤੀ। ਇਹ ਕਰੀਬਨ 12 ਵਰ੍ਹਿਆਂ ਦੀ ਉਮਰ ਸੀ ਜਦੋਂ ਇਹ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦੀ ਇਹ ਪਹਿਲੀ ਮੁਲਾਕਾਤ ਹੁੰਦੀ ਹੈ। ਉਦੋਂ ਬਾਅਦ ਤਾਂ ਫਿਰ ਜੀਵਨ ਗੁਰੂ ਨੂੰ ਸਮਰਪਿਤ ਕਰਕੇ ਉਹ ਜੀਵਨ ਬਤੀਤ ਕਰਦੇ ਰਹੇ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਕਰਤਾਰਪੁਰ ਸਾਹਿਬ ਸਿੱਖੀ ਪ੍ਰਚਾਰ ਦਾ ਕੇਂਦਰ ਬਣਿਆ। ਇੱਥੇ ਧੰਨ ਬਾਬਾ ਬੁੱਢਾ ਸਾਹਿਬ ਹੁਣ ਗੁਰੂ ਨਾਨਕ ਮਹਾਰਾਜ ਜੀ ਦੀ ਸੇਵਾ 'ਚ ਹਾਜ਼ਰ ਨੇ। ਨਾਮ ਬੂੜੇ ਤੋਂ ਬੁੱਢਾ ਹੋ ਗਿਆ। ਹੁਣ ਸੰਗਤ ਸਾਰੀ ਬੁੱਢਾ ਕਹਿ ਕੇ, ਬਾਬਾ ਬੁੱਢਾ, ਭਾਈ ਬੁੱਢਾ ਕਹਿ ਕੇ ਸਾਰੇ ਬੁਲਾਉਂਦੇ ਹਨ, ਜਿਵੇਂ ਜਿਹੜੀ ਜਿਸ ਤਰ੍ਹਾਂ ਦਾ ਕਿਸੇ ਦਾ ਸੁਭਾਅ, ਸਾਰੇ ਬੁੱਢਾ ਕਹਿ ਕੇ ਬੁਲਾਉਂਦੇ। ਔਰ ਬੜੀ ਨੇੜਤਾ, ਬੜਾ ਭਰੋਸਾ, ਬੜਾ ਵਿਸ਼ਵਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਤੀ ਭਾਈ ਲਹਿਣਾ ਕਰਤਾਰਪੁਰ ਗੁਰੂ ਕੀ ਸੇਵਾ 'ਚ ਆਏ। ਉਹਨਾਂ ਦੀ ਸੇਵਾ ਗੁਰੂ ਨਾਨਕ ਜੀ ਦੀ ਨਜ਼ਰ 'ਚ ਕਬੂਲ ਪਈ। ਫਿਰ ਇੱਕ ਸਮਾਂ ਐਸਾ ਆਇਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਨੂੰ ਪਰਖਦੇ ਹਨ ਤੇ ਵਡਿਆਈ ਭਾਈ ਲਹਿਣੇ ਦੀ ਝੋਲੀ 'ਚ ਪੈਂਦੀ ਹੈ, ਭਾਈ ਲਹਿਣੇ ਦੀ ਝੋਲੀ 'ਚ। ਔਰ ਧੰਨ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹੁਕਮਾਂ ਦੇ ਅੱਗੇ ਸਿਰ ਝੁਕਾਉਂਦੇ ਹਨ। ਕੋਈ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਨਹੀਂ ਹੈ, ਕਿਉਂਕਿ ਗੁਰੂ ਨਾਨਕ ਜੀ ਦੀ ਸੰਗਤ ਕਰਕੇ ਤੇ ਬਾਬਾ ਬੁੱਢਾ ਜੀ ਸਮਝ ਚੁੱਕੇ ਸਨ ਸਰੀਰਾਂ ਦੀ ਖੇਡ ਵੀ ਤੇ ਜੋਤ ਦੀ ਖੇਡ ਵੀ। ਇਹ ਚੀਜ਼ਾਂ ਗੁਰੂ ਨਾਨਕ ਜੀ ਨੇ ਸਮਝਾ ਦਿੱਤੀਆਂ ਸਨ ਕਿ ਗੁਰੂ ਸਰੀਰ ਨਹੀਂ ਹੈ, ਗੁਰੂ ਅੰਦਰ ਵਰਤਦੀ ਜੋਤ ਹੈ, ਤੇ ਜਿਸ ਕਾਇਆ ਅੰਦਰ ਜੋਤ ਵਰਤੇਗੀ ਉਹ ਕਾਇਆ ਪੂਜਣ ਯੋਗ ਹੈ। ਗੁਰੂ ਮਹਾਰਾਜ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਗੱਦੀ ਦੀ ਦਾਤ ਬਖਸ਼ੀ। ਗੁਰੂ ਨਾਨਕ ਮਹਾਰਾਜ ਜੀ ਤੋਂ ਬਾਅਦ ਧੰਨ ਬਾਬਾ ਬੁੱਢਾ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਸਿਜਦਾ ਕਰਦੇ ਨੇ। ਔਰ ਇਤਿਹਾਸ ਅੰਦਰ ਐਸਾ ਲਿਖਿਆ ਮਿਲਦਾ ਹੈ ਕਿ ਬਾਬਾ ਬੁੱਢਾ ਜੀ ਅਜੇ ਇੱਥੇ ਕਰਤਾਰਪੁਰ ਹੀ ਹਨ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਖੰਡੂਰ ਸਾਹਿਬ ਚਲੇ ਗਏ ਤੇ ਬੀਬੀ ਵਿਰਾਈ ਜੀ ਦੇ ਘਰ ਜਾ ਕੇ ਬਹਿ ਗਏ। ਉਹਨਾਂ ਨੇ ਕਿਹਾ ਕਿਸੇ ਨੂੰ ਦੱਸਿਓ ਨਾ, ਅਸੀਂ ਇੱਥੇ ਹਾਂ। ਉਧਰ ਸੰਗਤ ਵੀ ਕਰਤਾਰਪੁਰ ਸੀ। ਹੁਣ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ। ਕੁਝ ਦਿਨਾਂ ਬਾਅਦ ਹੁਣ ਉਹ ਕਰਤਾਰਪੁਰ ਰੁੱਖਾ ਲੱਗਣ ਲੱਗ ਪਿਆ, ਕਿਉਂਕਿ ਗੁਰੂ ਉੱਥੇ ਨਹੀਂ ਹੈ। ਗੁਰੂ ਤੋਂ ਬਿਨਾਂ ਕਾਹਦੀ ਰੌਣਕ ਹੈ? ਗੱਲ ਕਿਸੇ ਜਗ੍ਹਾ ਦੀ ਨਹੀਂ ਹੈ, ਗੱਲ ਤਾਂ ਗੁਰੂ ਦੀ ਹੈ। ਹੁਣ ਸੰਗਤ ਫਿਰ ਗੁਰੂ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਖੰਡੂਰ ਸਾਹਿਬ ਨੂੰ ਤੁਰ ਪਈ ਤੇ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਦਾ ਪਤਾ ਕੋਈ ਨਾ ਕਿ ਗੁਰੂ ਕਿੱਥੇ ਨੇ। ਸੰਗਤ ਵਿਆਕੁਲ ਹੋ ਕੇ ਫਿਰ ਧੰਨ ਬਾਬਾ ਬੁੱਢਾ ਸਾਹਿਬ ਨੂੰ ਸੰਗਤ ਨੇ ਬੇਨਤੀ ਕੀਤੀ, ਜੀ ਤੁਹਾਡੇ ਤੇ ਗੁਰੂ ਨਾਨਕ ਜੀ ਦੀਆਂ ਬੜੀਆਂ ਰਹਿਮਤਾਂ ਤੇ ਤੁਹਾਡੇ ਤੋਂ ਬਲਿਹਾਰ ਕੁਰਬਾਨ ਜਾਂਦੇ ਹੋਏ ਗੁਰੂ ਨਾਨਕ ਮਹਾਰਾਜ ਨੇ ਕਿਹਾ ਸੀ ਤੈਥੋਂ ਦੂਰ ਕਦੇ ਨਾ ਹੋਸਾਂ। ਬਾਬਾ ਬੁੱਢਾ ਜੀ ਗੁਰੂ ਨਾਨਕ ਤੁਹਾਡੇ ਤੋਂ ਕਦੇ ਦੂਰ ਨਹੀਂ ਹੋਣਗੇ। ਅਸੀਂ ਕਿੱਥੇ ਹਾਂ? ਸਾਡੇ ਬਾਰੇ ਕਿਸੇ ਨੂੰ ਪਤਾ ਨਾ ਹੋਵੇ ਗੁਰੂ ਕਿੱਥੇ ਹੈ, ਤੁਹਾਨੂੰ ਜ਼ਰੂਰ ਪਤਾ ਹੋਵੇਗਾ ਗੁਰੂ ਕਿੱਥੇ ਹੈ। ਸੰਗਤ ਕਹਿਣ ਲੱਗੀ ਸਾਨੂੰ ਨਹੀਂ ਪਤਾ ਗੁਰੂ ਕਿੱਥੇ ਹੈ। ਸਿੱਖ ਕਹਿਣ ਲੱਗੇ ਪਰ ਬਾਬਾ ਬੁੱਢਾ ਜੀ ਤੁਹਾਨੂੰ ਪਤਾ ਹੈ ਗੁਰੂ ਕਿੱਥੇ ਹੈ, ਸੋ ਬੇਨਤੀ ਹੈ ਕਿ ਸੰਗਤ ਨੂੰ ਗੁਰੂ ਕੋਲ ਲੈ ਕੇ ਚੱਲੋ। ਧੰਨ ਬਾਬਾ ਬੁੱਢਾ ਸਾਹਿਬ ਸ਼ਬਦ ਪੜ੍ਹਦਿਆਂ ਗਾਉਂਦਿਆਂ ਸੰਗਤ ਨੂੰ ਲੈ ਕੇ ਬੀਬੀ ਵਿਰਾਈ ਜੀ ਦੇ ਘਰ ਗਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਓ ਗੁਰੂ ਨਾਨਕ ਜੀ ਨੇ ਜਿਹੜੀ ਸੇਵਾ ਤੁਹਾਨੂੰ ਸੌਂਪੀ ਹੈ ਉਹ ਸੇਵਾ ਸੰਭਾਲੋ ਤੇ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ੋ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਨਾਮ।
ਸੰਗਤ ਤੇ ਗੁਰੂ ਦੇ ਵਿੱਚ ਇੱਕ ਕੜੀ ਦਾ ਕੰਮ ਕੀਤਾ ਬਾਬਾ ਬੁੱਢਾ ਸਾਹਿਬ ਨੇ। ਸੰਗਤ ਨੂੰ ਗੁਰੂ ਤੱਕ ਪਹੁੰਚਾਇਆ ਧੰਨ ਬਾਬਾ ਬੁੱਢਾ ਸਾਹਿਬ ਨੇ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ 'ਚ ਦੇਸਾਂ ਪ੍ਰਦੇਸਾਂ ਤੋਂ ਬੜੀਆਂ ਸੰਗਤਾਂ ਆਉਂਦੀਆਂ ਨੇ। ਖੰਡੂਰ ਸਾਹਿਬ ਸਿੱਖ ਸੰਗਤ ਆਉਂਦੀ ਹੈ, ਸਭ ਬੇਨਤੀਆਂ ਕਰਦੇ ਨੇ, ਮਹਾਰਾਜ ਉਹਨਾਂ ਨੂੰ ਗਿਆਨ ਉਪਦੇਸ਼ ਬਖਸ਼ਦੇ ਨੇ। ਤੇ ਇੱਕ ਦਿਨ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜੇ, ਕਹਿਣ ਲੱਗੇ, ਗੁਰੂ ਅੰਗਦ ਦੇਵ ਜੀ, ਸਾਰਿਆਂ ਦੀਆਂ ਝੋਲੀਆਂ 'ਚ ਗਿਆਨ ਉਪਦੇਸ਼ ਪਾਉਂਦੇ ਜੇ, ਕਿਰਪਾ ਕਰਕੇ ਇਸ ਨਿਮਾਣੇ ਸੇਵਕ ਦੀ ਝੋਲੀ 'ਚ ਵੀ ਕੋਈ ਗਿਆਨ ਉਪਦੇਸ਼, ਕੋਈ ਮੱਤ, ਕੋਈ ਗੁਰਮੱਤ ਪਾਵੋ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉੱਥੇ ਮੁਸਕਰਾਉਂਦਿਆਂ ਕਿਹਾ ਸੀ, ਤਿਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦਿਓ। ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਗੁਰੂ ਨਾਨਕ ਕੋਲੋਂ ਗਿਆਨ ਉਪਦੇਸ਼ ਲਿਆ ਹੋਵੇ ਉਹਨਾਂ ਨੂੰ ਅਸੀਂ ਕੀ ਗਿਆਨ ਉਪਦੇਸ਼ ਦੇ ਸਕਦੇ ਹਾਂ। ਪਹਿਲੀ ਪਾਤਸ਼ਾਹੀ ਦੇ ਸਮੇਂ ਵੀ ਬਾਬਾ ਬੁੱਢਾ ਜੀ ਸੇਵਾਵਾਂ ਕਰਦੇ ਰਹੇ ਤੇ ਦੂਜੀ ਪਾਤਸ਼ਾਹੀ ਦੇ ਸਮੇਂ ਵੀ ਸੇਵਾਵਾਂ ਉਸੇ ਤਰ੍ਹਾਂ ਜਾਰੀ ਰੱਖੀਆਂ। ਸਮਾਂ ਆਇਆ ਗੁਰੂ ਅੰਗਦ ਦੇਵ ਮਹਾਰਾਜ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਗੁਰਗੱਦੀ ਦੇ ਤਖਤ ਤੇ ਸੁਭਾਇਮਾਨ ਹੋਏ ਔਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਬਾਬਾ ਬੁੱਢਾ ਜੀ ਜੁੜ ਗਏ ਹਨ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉੱਥੇ ਹੀ ਭਾਈ ਦਾਤੂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੱਤ ਮਾਰੀ, ਸਿੰਘਾਸਨਾਂ ਤੋਂ ਸੁੱਟ ਦਿੱਤਾ। ਤੇ ਮਹਾਰਾਜ ਨੇ ਉਹ ਭਾਈ ਦਾਤੂ ਨੂੰ ਕੋਈ ਕਿਸੇ ਤਰ੍ਹਾਂ ਦਾ ਗੁੱਸਾ ਗਿਲਾ ਨਹੀਂ ਕੀਤਾ। ਐਨ ਸਹਿਜ ਪੇਸ਼ਨ ਰੱਖਦੇ ਹੋਏ ਕਹਿਣ ਲੱਗੇ ਕਿ ਮੈਂ ਤੇ ਬਜ਼ੁਰਗ ਹਾਂ, ਮੇਰੇ ਹੱਡ ਸਖਤ ਨੇ, ਤੁਸੀਂ ਗੁਰੂ ਸਾਹਿਬਜ਼ਾਦੇ ਹੋ, ਗੁਰੂ ਕੇ ਪੁੱਤਰ ਹੋ, ਚਰਨ ਤੁਹਾਡੇ ਕੋਮਲ ਨੇ, ਕਿਧਰੇ ਸੱਟ ਨਾ ਲੱਗ ਗਈ ਹੋਵੇ, ਉਹਨਾਂ ਦੇ ਚਰਨ ਪਕੜ ਲਏ। ਕੀ ਹੁਕਮ ਹੈ ਇਸ ਸੇਵਕ ਦੇ ਲਈ? ਗੁਰੂ ਅਮਰਦਾਸ ਭਾਈ ਦਾਤੂ ਨੂੰ ਕਹਿਣ ਲੱਗੇ। ਭਾਈ ਦਾਤੂ ਨੇ ਕਿਹਾ ਕਿ ਰਾਤੋਂ ਰਾਤ ਗੋਇੰਦਵਾਲ ਛੱਡ ਕੇ ਚਲੇ ਜਾਓ, ਸਵੇਰੇ ਤੁਸੀਂ ਗੋਇੰਦਵਾਲ ਨਹੀਂ ਹੋਣੇ ਚਾਹੀਦੇ ਜੀ। 7 ਬਚਨ। ਰਾਤ ਉਦੋਂ ਤਾਂ ਸਿੱਖਾਂ ਨੇ ਬਹੁਤਾ ਵਿਚਾਰਿਆ ਨਾ, ਪਰ ਰਾਤ ਜਦੋਂ ਸਾਰੇ ਆਪਣੀ ਆਪਣੀ ਥਾਂ ਤੇ ਆਰਾਮ ਵਿਸ਼ਰਾਮ ਦੇ ਲਈ ਚਲੇ ਗਏ ਤੇ ਧੰਨ ਗੁਰੂ ਅਮਰਦਾਸ ਗੋਇੰਦਵਾਲ ਛੱਡ ਕੇ ਚਲੇ ਗਏ। ਕਿੱਥੇ ਗਏ ਨੇ ਕਿਸੇ ਨੂੰ ਕੁਝ ਪਤਾ ਨਹੀਂ। ਸਵੇਰੇ ਗੁਰੂ ਵਾਲੇ ਸਿੰਘਾਸਨ ਤੇ ਆ ਕੇ ਦਾਤੂ ਬਹਿ ਗਿਆ ਕਿ ਸ਼ਾਇਦ ਸੰਗਤ ਮੈਨੂੰ ਹੀ ਗੁਰੂ ਸਮਝ ਕੇ ਪੂਜੇਗੀ, ਪਰ ਕੋਈ ਉੱਥੇ ਭਾਈ ਦਾਤੂ ਨੂੰ ਸਿਜਦਾ ਕਰਨ ਦੇ ਲਈ ਨਾ ਆਇਆ। ਤੇ ਸੰਗਤ ਦੇ ਵਿੱਚ ਤੇ ਇੱਕਦਮ ਚਿੰਤਾ ਬਣ ਗਈ ਕਿ ਗੁਰੂ ਅਮਰਦਾਸ ਕਿੱਥੇ ਚਲੇ ਗਏ, ਧੰਨ ਗੁਰੂ ਅਮਰਦਾਸ ਕਿੱਥੇ ਨੇ। ਸਿੱਖ ਇੱਧਰ ਉੱਧਰ ਲੱਭਣ, ਪਤਾ ਕੁਝ ਨਾ ਲੱਗੇ। ਫਿਰ ਧੰਨ ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਜੀ ਤੁਸੀਂ ਹੀ ਸੰਗਤ ਨੂੰ ਗੁਰੂ ਤੱਕ ਪਹੁੰਚਾ ਸਕਦੇ ਹੋ, ਇਸ ਕਰਕੇ ਬੇਨਤੀ ਹੈ ਕਿ ਸੰਗਤ ਨੂੰ ਗੁਰੂ ਤੱਕ ਪਹੁੰਚਾਵੋ। ਉਦੋਂ ਫਿਰ ਧੰਨ ਬਾਬਾ ਬੁੱਢਾ ਸਾਹਿਬ ਸੰਗਤ ਤੇ ਗੁਰੂ ਦੇ ਵਿੱਚ ਇੱਕ ਕੜੀ ਦਾ ਕੰਮ ਕਰਦੇ ਹੋਏ ਤੇ ਸੰਗਤ ਨੂੰ ਬਾਸਰ ਕੇ ਵਿਖੇ ਲੈ ਕੇ ਗਏ ਨੇ, ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਇੱਕ ਕੋਠੇ 'ਚ ਸਨ। ਤੇ ਉਹ ਸੰਨ ਲਗਾ ਕੇ ਉੱਥੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਮਹਾਰਾਜ ਜੀ ਦੇ ਸੰਗਤ ਨੂੰ ਦਰਸ਼ਨ ਦੀਦਾਰ ਕਰਵਾਏ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲਈਆਂ ਬਾਬਾ ਬੁੱਢਾ ਜੀ ਨੇ। ਇਦਾਂ ਇਹ ਤੀਜੀ ਪਾਤਸ਼ਾਹੀ ਦੇ ਸਮੇਂ ਵੀ ਇਹਨਾਂ ਦੀਆਂ ਸੇਵਾਵਾਂ ਬਾਬਾ ਬੁੱਢਾ ਜੀ ਦੀਆਂ ਚੱਲਦੀਆਂ ਰਹੀਆਂ। ਫਿਰ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਅੰਮ੍ਰਿਤਸਰ ਸਾਹਿਬ ਨਗਰ ਉਹਨਾਂ ਨੇ ਵਸਾਇਆ। ਅਰਦਾਸ ਬਾਬਾ ਬੁੱਢਾ ਸਾਹਿਬ ਨੇ ਕੀਤੀ ਹੈ, ਨਗਰ ਦਾ ਟੱਕ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਗਾਇਆ। ਫਿਰ ਉੱਥੇ ਅੰਮ੍ਰਿਤ ਸਰੋਵਰ ਦੀਆਂ ਸੇਵਾਵਾਂ ਚੱਲੀਆਂ। ਬਾਬਾ ਬੁੱਢਾ ਸਾਹਿਬ ਅੱਗੇ ਹੋ ਕੇ ਸੇਵਾ ਕਰਦੇ ਹਨ। ਜਿੱਥੇ ਜਿੱਥੇ ਵੀ ਗੁਰੂ ਨੇ ਸੇਵਾ ਲਾਈ, ਧੰਨ ਬਾਬਾ ਬੁੱਢਾ ਸਾਹਿਬ ਨੇ ਭਾਵਨਾ ਪਿਆਰ ਦੇ ਨਾਲ ਸੇਵਾ ਕੀਤੀ। ਸਮਾਂ ਪੰਚਮ ਪਾਤਸ਼ਾਹ ਜੀ ਦਾ ਆਇਆ ਤੇ ਬਾਬਾ ਬੁੱਢਾ ਸਾਹਿਬ ਨੂੰ ਫਿਰ ਜੋ ਗੁਰੂ ਘਰ ਦੀ ਸਭ ਤੋਂ ਸਿਰਮੌਰ ਤੇ ਸ਼੍ਰੋਮਣੀ ਸੇਵਾ ਦਿੱਤੀ ਗਈ, ਜਿਸ ਵਕਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪਾਵਨ ਸਰੂਪ ਤਿਆਰ ਹੋਇਆ ਤੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਪਾਵਨ ਸਰੂਪ ਦਾ ਪ੍ਰਕਾਸ਼ ਕਰਨਾ ਸੀ। 1 ਸਤੰਬਰ ਨੂੰ ਅੰਮ੍ਰਿਤ ਵੇਲੇ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਪਾਵਨ ਸਰੂਪ ਹਰਿਮੰਦਰ ਸਾਹਿਬ ਵਿਖੇ ਲਿਜਾਏ ਗਏ। ਧੰਨ ਬਾਬਾ ਬੁੱਢਾ ਸਾਹਿਬ ਜੀ ਆਪਣੇ ਸੀਸ ਤੇ ਪਾਵਨ ਗ੍ਰੰਥ ਨੂੰ ਸੁਸ਼ੋਭਿਤ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਚੌਰ ਸਾਹਿਬ ਦੀ ਸੇਵਾ ਕਰਦੇ ਨੇ। ਸੱਚਖੰਡ ਹਰਿਮੰਦਰ ਸਾਹਿਬ ਪਹੁੰਚ ਕੇ ਮਹਾਰਾਜ ਫਿਰ ਕਹਿਣ ਲੱਗੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੇ ਸਭ ਪੰਥ।
ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਭ ਤੋਂ ਪਹਿਲੀ ਵਾਰ ਪ੍ਰਕਾਸ਼ ਕਰਨ ਦਾ ਜੇ ਕਿਸੇ ਨੂੰ ਮਾਣ ਹਾਸਲ ਹੈ, ਉਹਨੇ ਧੰਨ ਬਾਬਾ ਬੁੱਢਾ ਸਾਹਿਬ। ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲੀ ਵਾਰ ਮੁੱਖ ਵਾਕ ਲੈਣ ਦੀ ਸੇਵਾ ਕਰਨ ਦਾ ਜੇ ਕਿਸੇ ਨੂੰ ਮਾਣ ਪ੍ਰਾਪਤ ਹੈ, ਉਹ ਕੌਣ ਹਨ? ਧੰਨ ਬਾਬਾ ਬੁੱਢਾ ਸਾਹਿਬ। ਮਹਾਰਾਜ ਕਹਿਣ ਲੱਗੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਭ ਪੰਥ। ਤੇ ਉਹ ਸਾਡੇ ਇਤਿਹਾਸਕ ਗ੍ਰੰਥਾਂ ਦੇ ਬੋਲ ਨੇ। ਚੱਕ ਪੱਤਰੇ ਜਬ ਗ੍ਰੰਥ ਜੀ ਖੋਲਾ, ਬਾਬਾ ਬੁੱਢਾ ਸਾਹਿਬ ਬੋਲਾ ਸੂਹੀ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ RAM। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ। ਸਮਾਂ ਆਪਣੀ ਚਾਲੇ ਅੱਗੇ ਚੱਲਿਆ। ਗੁਰੂ ਘਰ ਦੇ ਵਿਰੋਧੀਆਂ ਵੱਲੋਂ ਲਗਾਤਾਰ ਚੱਲੀਆਂ ਗਈਆਂ ਦੁਸ਼ਟ ਚਾਲਾਂ ਕਰਕੇ ਉਹ ਸਮਾਂ ਆਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ। ਧੰਨ ਬਾਬਾ ਬੁੱਢਾ ਸਾਹਿਬ ਬਹੁਤ ਬਜ਼ੁਰਗ ਅਵਸਥਾ ਦੇ ਵਿੱਚ, ਉਮਰ ਦੇ ਵਿੱਚ ਹਨ। ਉਸ ਵਕਤ 11 ਵਰ੍ਹਿਆਂ ਦੇ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਗੱਦੀ ਦੇ ਤਖਤ ਤੇ ਸੁਭਾਏਮਾਨ ਹੋਏ। ਅੰਮ੍ਰਿਤਸਰ ਤੋਂ ਜਦੋਂ ਗੁਰੂ ਅਰਜਨ ਸਾਹਿਬ ਲਾਹੌਰ ਨੂੰ ਚੱਲੇ ਨੇ, ਗੁਰਗੱਦੀ ਦਾ ਐਲਾਨ ਕਰ ਦਿੱਤਾ ਗਿਆ। ਜਾਂਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਹੁਕਮ ਕੀਤਾ ਸੀ ਕਿ ਬਾਬਾ ਬੁੱਢਾ ਜੀ ਦਾ ਹਮੇਸ਼ਾ ਅਦਬ ਸਤਿਕਾਰ ਕਰਨਾ ਹੈ। ਫਿਰ ਇਤਿਹਾਸ ਤੇ ਇਤਿਹਾਸ ਦੇ ਗ੍ਰੰਥ ਇਹ ਵੀ ਕਹਿੰਦੇ ਹਨ ਕਿ ਲਾਹੌਰ ਜਦੋਂ ਸਾਰਾ ਕੁਝ ਵਰਤ ਗਿਆ, ਤਸੀਹੇ ਦਿੱਤੇ ਗਏ, ਮਹਾਰਾਜ ਨੇ ਸਾਰਾ ਕੁਝ ਆਪਣੇ ਪਿੰਡੇ ਤੇ ਸਹਾਰਿਆ। ਲਾਹੌਰ ਤੋਂ ਵੀ ਜਿਹੜਾ ਅਖੀਰਲਾ ਸੁਨੇਹਾ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਵੱਲ ਭੇਜਿਆ ਹੈ, ਗੁਰੂ ਹਰਗੋਬਿੰਦ ਸਾਹਿਬ ਵੱਲ, ਉਸ ਸੁਨੇਹੇ ਦੇ ਵਿੱਚ ਵੀ ਇਹ ਬਚਨ ਸਨ ਕਿ ਬਾਬਾ ਬੁੱਢਾ ਜੀ ਦਾ ਹਮੇਸ਼ਾ ਅਦਬ ਕਰਨਾ ਹੈ। ਵੇਖੋ ਕਿੰਨੀ ਉੱਚੀ ਸ਼ਖਸੀਅਤ। ਮਹਾਰਾਜ ਸੱਚੇ ਪਾਤਸ਼ਾਹ ਸਰੀਰ ਛਾਲੇ ਛਾਲੇ ਹੋ ਚੁੱਕਿਆ ਹੈ, ਅਖੀਰਲੇ ਸਰੀਰ ਕਾਇਆ ਦੇ ਸਵਾਸ ਹਨ, ਪਰ ਧੰਨ ਬਾਬਾ ਬੁੱਢਾ ਸਾਹਿਬ ਦੇ ਅਦਬ ਦੀ ਗੱਲ ਉੱਥੇ ਵੀ ਕਰ ਰਹੇ ਹਨ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋ ਗਈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਗੱਦੀ ਦੇ ਤਖਤ ਤੇ ਸੁਭਾਏਮਾਨ ਹੋਏ। ਉਹਨਾਂ ਵਕਤਾਂ 'ਚ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਚੱਲਦੀ ਸੀ ਬਾਬੇ ਕੀ ਬੀੜ ਵਿਖੇ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਸ਼ੂਆਂ ਦੀ ਸੇਵਾ ਗੁਰੂ ਕੀ ਬੀੜ ਵਿਖੇ ਬਾਬਾ ਬੁੱਢਾ ਜੀ ਕਰਦੇ ਸਨ। ਤੇ ਉਥੋਂ ਉਹਨਾਂ ਨੇ ਅਕਸਰ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਆਉਣਾ, ਪਰ ਉਮਰ ਬੜੀ ਬਜ਼ੁਰਗੀ ਵਾਲੀ ਸੀ। ਵੇਖੋ ਧੰਨ ਬਾਬਾ ਬੁੱਢਾ ਸਾਹਿਬ ਕਿਹੜੀ ਅਵਸਥਾ ਤੇ ਪਹੁੰਚ ਗਏ ਹਨ। ਬਾਣੀ 'ਚ ਕੁਝ ਬਚਨ ਆਪਾਂ ਪੜ੍ਹਦੇ ਹਾਂ, ਜਿਵੇਂ ਇੱਕ ਬਚਨ ਸੁਖਮਨੀ ਸਾਹਿਬ ਦਾ ਬ੍ਰਹਮ ਗਿਆਨੀ ਦੀ, ਜਿੱਥੇ ਹਜੂਰ ਨੇ ਪਰਿਭਾਸ਼ਾ ਦਿੱਤੀ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਹੇ। ਮਹਾਰਾਜ ਕਹਿੰਦੇ, ਮਾਲਕ ਜੀ ਗੁਰ ਸਿੱਖਾਂ ਦੀ ਚਰਨ ਧੂੜ ਸਾਨੂੰ ਦਵੋ ਤਾਂ ਕਿ ਸਾਡੇ ਵਰਗੇ ਪਾਪੀਆਂ ਦਾ ਵੀ ਉਧਾਰ ਹੋ ਸਕੇ। ਉਹ ਕਿਹੜੇ ਗੁਰਸਿੱਖਾਂ ਦੀ, ਕਿੱਦਾਂ ਦੇ ਗੁਰਸਿੱਖਾਂ ਦੀ ਚਰਨ ਧੂੜ ਗੁਰੂ ਵੀ ਲੋਚਦੇ ਹਨ, ਉਹਨੇ ਧੰਨ ਬਾਬਾ ਬੁੱਢਾ ਸਾਹਿਬ ਵਰਗੇ ਮਹਾਂਪੁਰਖਾਂ ਦੀ। ਉਹ ਕੈਸੇ ਸਿੱਖ ਹਨ ਜਿਨ੍ਹਾਂ ਦੀ ਸੇਵਾ ਗੁਰੂ ਵੀ ਲੋਚਦੇ ਹਨ, ਤੇ ਉਹਨੇ ਧੰਨ ਬਾਬਾ ਬੁੱਢਾ ਸਾਹਿਬ ਵਰਗੇ ਮਹਾਂਪੁਰਖ। ਇੱਕ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਬਾ ਬੁੱਢਾ ਜੀ ਤੁਸੀਂ 14-15 ਮੀਲ ਦਾ ਪੈਂਡਾ ਤੈਅ ਕਰਕੇ ਇੱਥੇ ਸਾਡੇ ਕੋਲ ਆਉਂਦੇ ਹੋ ਦਰਸ਼ਨ ਮੇਲੇ ਕਰਨ ਦੇ ਲਈ। ਤੁਹਾਡੀ ਉਮਰ ਬੜੀ ਬਜ਼ੁਰਗੀ ਵਾਲੀ ਹੈ, ਬੜੀ ਸਰੀਰ ਨੂੰ ਖੇਚਲ ਝੱਲਣੀ ਪੈਂਦੀ ਹੈ। ਇਸ ਕਰਕੇ ਸਾਡੀ ਬੇਨਤੀ ਇਹ ਹੈ ਕਿ ਤੁਸੀਂ ਅੱਗੇ ਤੋਂ ਇੱਥੇ ਨਹੀਂ ਆਉਣਾ ਹੈ। ਧੰਨ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਇਹ ਕੀ ਕਹਿ ਰਹੇ ਜੇ ਮੈਂ ਗੁਰੂ ਦੇ ਦਰਸ਼ਨ ਕਰਨ ਨਾ ਆਵਾਂ? ਮੈਂ ਤੇ ਦਰਸ਼ਨ ਦੇਖ ਜੀਵਾਂ, ਗੁਰ ਤੇਰਾ ਮੇਰਾ ਤੇ ਜੀਵਨ ਹੀ ਤੁਹਾਡੇ ਦਰਸ਼ਨ ਹਨ। ਨਹੀਂ, ਮਹਾਰਾਜ ਕਹਿਣ ਲੱਗੇ, ਤੁਸੀਂ ਇੱਥੇ ਸਾਡੇ ਦਰਸ਼ਨ ਕਰਨ ਨਹੀਂ ਆਉਣਾ, ਬਲਕਿ ਜਦੋਂ ਤੁਹਾਡੀ ਦਰਸ਼ਨ ਕਰਨ ਦੀ ਇੱਛਾ ਹੋਇਆ ਕਰੇਗੀ ਸੁਨੇਹਾ ਭੇਜਿਆ ਕਰਿਓ, ਅਸੀਂ ਆਪ ਤੁਹਾਡੇ ਦਰਸ਼ਨ ਕਰਨ ਆਇਆ ਕਰਾਂਗੇ।
ਬਾਬਾ ਬੁੱਢਾ ਜੀ ਕਹਿਣ ਲੱਗੇ, ਨਹੀਂ ਮਹਾਰਾਜ, ਸਿੱਖ ਗੁਰੂ ਕੇ ਦਰਸ਼ਨ ਕਰਨ ਆਵੇ ਗੱਲ ਜੱਚਦੀ ਹੈ। ਤੇ ਵੈਸੇ ਵੀ ਵੇਖੋ, ਇੱਥੇ ਹਜ਼ਾਰਾਂ ਸੰਗਤਾਂ ਤੁਹਾਡੇ ਦਰਸ਼ਨ ਦੀਦਾਰ ਕਰਨ ਦੇ ਲਈ ਆਉਂਦੀਆਂ ਨੇ। ਮੇਰਾ ਕਰਕੇ ਤੁਹਾਨੂੰ ਖੇਚਲ ਸਹਿਣੀ ਪਵੇ, ਉੱਥੇ ਆਉਣਾ ਪਵੇ, ਮੇਰਾ ਕਰਕੇ ਬਾਕੀ ਸੰਗਤ ਨੂੰ ਖੇਦ ਸਹਿਣਾ ਪਵੇ। ਇੱਥੇ ਦਰਸ਼ਨ ਕਰਨ ਆਏ ਹੁਣ ਸਿੱਖ ਸੰਗਤ, ਤੇ ਤੁਸੀਂ ਇੱਥੇ ਹੋਵੋ ਨਾ, ਮੇਰਾ ਕਰਕੇ ਉਹਨਾਂ ਨੂੰ ਕਿੰਨੀ ਪਰੇਸ਼ਾਨੀ ਹੋਏਗੀ। ਇਸ ਕਰਕੇ ਮਹਾਰਾਜ, ਨਹੀਂ, ਮੈਂ ਆਪਣੇ ਦਰਸ਼ਨਾਂ ਦੇ ਸਵਾਰਥ ਦੇ ਲਈ ਤੁਹਾਨੂੰ ਖੇਚਲ ਨਹੀਂ ਦੇਣਾ ਚਾਹੁੰਦਾ। ਫਿਰ ਮਹਾਰਾਜ ਕਹਿਣ ਲੱਗੇ, ਆਹ ਹੁਕਮ ਸਾਡਾ ਤੁਹਾਨੂੰ ਜ਼ਰੂਰ ਮੰਨਣਾ ਪਏਗਾ। ਅੱਗੇ ਤੋਂ ਜਦੋਂ ਤੁਸੀਂ ਆਉਣਾ ਹੈ, ਪੈਦਲ ਚੱਲ ਕੇ ਨਹੀਂ ਆਉਣਾ ਹੈ, ਪਾਲਕੀ ਤੁਹਾਡੀ ਸੇਵਾ 'ਚ ਹਾਜ਼ਰ ਹੋਇਆ ਕਰੇਗੀ, ਪਾਲਕੀ 'ਚ ਬਹਿ ਕੇ ਤੁਸੀਂ ਆਇਆ ਕਰਿਓ। ਹਾਲਾਂਕਿ ਬਾਬਾ ਬੁੱਢਾ ਜੀ ਨੇ ਕਿਹਾ, ਮਹਾਰਾਜ, ਪਾਲਕੀ ਤੇ ਤੁਹਾਡੇ ਲਈ ਹੈ, ਗੁਰੂ ਪਾਲਕੀ 'ਚ ਸ਼ੋਭਦਾ ਹੈ। ਮਹਾਰਾਜ ਕਹਿਣ ਲੱਗੇ, ਨਹੀਂ, ਧੰਨ ਬਾਬਾ ਬੁੱਢਾ ਜੀ, ਹੁਣ ਤੁਸੀਂ ਵੀ ਉਸ ਅਵਸਥਾ ਤੇ ਪਹੁੰਚ ਚੁੱਕੇ ਹੋ ਜਿੱਥੇ ਤੁਸੀਂ ਪਾਲਕੀ 'ਚ ਨਹੀਂ, ਤੁਹਾਡੇ ਕਰਕੇ ਪਾਲਕੀ ਸ਼ੋਭੇਗੀ, ਤੁਹਾਡੇ ਕਰਕੇ ਉਹਦੀ ਵਡਿਆਈ ਬਣੇਗੀ। ਮਹਾਰਾਜ ਦੇ ਹੁਕਮਾਂ ਅੱਗੇ ਬਾਬਾ ਬੁੱਢਾ ਜੀ ਨੇ ਸਿਰ ਝੁਕਾਇਆ, ਜੀ ਠੀਕ ਹੈ, ਅੱਗੇ ਤੋਂ ਜਿਵੇਂ ਤੁਹਾਡਾ ਹੁਕਮ, ਮੈਂ ਪਾਲਕੀ 'ਚ ਬਹਿ ਕੇ ਆ ਜਾਇਆ ਕਰਾਂਗਾ। ਇੱਕ ਦਿਨ ਫਿਰ ਧੰਨ ਬਾਬਾ ਬੁੱਢਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਪਏ ਨੇ ਪਾਲਕੀ 'ਚ। ਬਾਬਾ ਬੁੱਢਾ ਸਾਹਿਬ ਤੇ 4 ਸਿੱਖਾਂ ਨੇ ਉਹ ਪਾਲਕੀ ਨੂੰ 2 ਅੱਗੇ 2 ਪਿੱਛੇ ਚੁੱਕਿਆ, ਅੰਮ੍ਰਿਤਸਰ ਸਾਹਿਬ ਨੂੰ ਲਿਆਉਂਦੇ ਪਏ ਨੇ। ਰਸਤੇ 'ਚ ਕਹਿੰਦੇ ਹਨ ਕਿ ਇੱਕ ਉੱਚਾ ਲੰਬਾ ਨੌਜਵਾਨ, ਚਿਹਰਾ ਉਹਨੇ ਟਕਿਆ ਹੋਇਆ ਹੈ ਤੇ ਉਹ ਖਲੋਤਾ ਹੈ। ਤੇ ਅਕਸਰ ਬਾਬਾ ਬੁੱਢਾ ਸਾਹਿਬ ਦੀ ਪਾਲਕੀ ਦੀ ਸੇਵਾ ਕਰਨ ਦੇ ਲਈ ਸਿੱਖ ਰਸਤੇ 'ਚ ਹਾਜ਼ਰ ਹੋਇਆ ਕਰਦੇ ਸਨ। ਇਹ ਨੌਜਵਾਨ ਖੜਾ, ਇਹਨੇ ਇਸ਼ਾਰਾ ਕੀਤਾ ਕਿ ਮੈਂ ਪਾਲਕੀ ਨੂੰ ਮੋਢਾ ਦੇਣਾ ਹੈ। ਤੇ ਜਿਹੜੇ ਸਿੱਖ ਨੇ ਪਾਲਕੀ ਚੁੱਕੀ ਸੀ, ਉਹਨੇ ਆਪਣੇ ਵਾਲੀ ਜਗ੍ਹਾ ਖਾਲੀ ਕਰ ਦਿੱਤੀ ਕਿ ਆਵੋ ਪਾਲਕੀ ਨੂੰ ਦਵੋ, ਮੋਢਾ ਕਰ ਲਵੋ ਸੇਵਾ। ਜਾਂ ਇਸ ਨੌਜਵਾਨ ਨੇ ਪਾਲਕੀ ਨੂੰ ਮੋਢਾ ਦਿੱਤਾ, ਇੱਕਦਮ ਪਾਲਕੀ 'ਚ ਬੈਠੇ ਧੰਨ ਬਾਬਾ ਬੁੱਢਾ ਸਾਹਿਬ ਨੇ ਰੌਲਾ ਪਾ ਦਿੱਤਾ, ਪਾਲਕੀ ਥੱਲੇ ਰੱਖ ਦਵੋ, ਨਹੀਂ ਤੇ ਮੈਂ ਛਾਲ ਮਾਰ ਕੇ ਬਾਹਰ ਆ ਜਾਵਾਂਗਾ, ਥੱਲੇ ਰੱਖ ਦਵੋ, ਉਤਾਰ ਦਵੋ ਪਾਲਕੀ। ਪਾਲਕੀ ਹੇਠਾਂ ਰੱਖੀ ਗਈ। ਧੰਨ ਬਾਬਾ ਬੁੱਢਾ ਸਾਹਿਬ ਪਾਲਕੀ ਤੋਂ ਬਾਹਰ ਨਿਕਲੇ ਤੇ ਉਹ ਰਸਤੇ 'ਚ ਖੜਾ ਜਿਹੜਾ ਨੌਜਵਾਨ ਬਾਬਾ ਬੁੱਢਾ ਸਾਹਿਬ ਦੀ ਪਾਲਕੀ ਦੀ ਸੇਵਾ ਕਰਨਾ ਚਾਹੁੰਦਾ ਸੀ, ਕੋਈ ਹੋਰ ਨਹੀਂ ਸੀ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਬਾਬਾ ਬੁੱਢਾ ਜੀ ਨੇ ਚਰਨਾਂ 'ਚ ਸਿਰ ਰੱਖ ਦਿੱਤਾ। ਮਹਾਰਾਜ, ਇਹ ਕੀ ਸਿੱਖ ਗੁਰੂ ਦੀ ਪਾਲਕੀ ਨੂੰ ਮੋਢਾ ਦਵੇ ਗੱਲ ਬਣਦੀ ਹੈ, ਪਰ ਇੱਥੇ ਤੁਸੀਂ ਪਾਲਕੀ ਨੂੰ ਮੋਢਾ ਦੇ ਰਹੇ ਹੋ। ਮਹਾਰਾਜ ਕਹਿਣ ਲੱਗੇ, ਧੰਨ ਬਾਬਾ ਬੁੱਢਾ ਜੀ, ਤੁਸੀਂ ਉਸ ਸਿਖਰ ਤੇ ਪਹੁੰਚ ਚੁੱਕੇ ਹੋ ਜਿੱਥੇ ਤੁਹਾਡੀ ਸੇਵਾ ਕਰਨ ਨੂੰ ਸਾਡਾ ਵੀ ਅੰਦਰ ਲੋਚਦਾ ਹੈ। ਇਹ ਵੇਖੋ ਹੁਣ ਕਿੰਨੀ ਉੱਚੀ ਅਵਸਥਾ ਬਾਬਾ ਬੁੱਢਾ। ਸਿੱਖ ਤਾਂ ਸਾਰੇ ਸਿੱਖ ਨੇ, ਪਰ ਧੰਨ ਬਾਬਾ ਬੁੱਢਾ ਸਾਹਿਬ ਵਰਗਾ ਤੇ ਕੋਈ ਵਿਰਲਾ ਹੀ ਹੈ ਜਿਹੜਾ ਐਨ ਉਹ ਸਿੱਖੀ ਦੇ ਸਿਖਰ ਤੱਕ ਪਹੁੰਚ ਗਿਆ, ਸਿਖਰ ਤੱਕ। ਤੇ ਇਦਾਂ ਦੇ ਗੁਰਸਿੱਖਾਂ ਨੂੰ ਮਹਾਰਾਜ ਨੇ ਕਿਹਾ ਸੀ, ਗੁਰਸਿੱਖਾਂ ਕੀ ਹਰ ਧੂੜਦੇ ਹਮ ਪਾਪੀ ਪੀ ਗਤ ਪਾਏ। ਉੱਥੇ ਫਿਰ ਮਹਾਰਾਜ ਕਹਿਣ ਲੱਗੇ, ਹੁਣ ਤੁਸੀਂ ਬਜ਼ੁਰਗ ਹੋ ਗਏ ਹੋ, ਬਹੁਤ ਬਜ਼ੁਰਗ, ਹੁਣ ਤੁਸੀਂ ਜਾਵੋ ਆਪਣੇ ਪਰਿਵਾਰ ਦੇ ਕੋਲ ਰਮਦਾਸ ਨਗਰ ਵਿਖੇ, ਕਿਉਂਕਿ ਤੁਸੀਂ ਤੇ ਗੁਰਮਤ ਨੂੰ ਸਮਝ ਚੁੱਕੇ ਹੋ ਤੇ ਗੁਰੂ ਤੇ ਹਮੇਸ਼ਾ ਹੀ ਸਿੱਖ ਦੇ ਨਾਲ ਹੈ। ਅਸੀਂ ਤੁਹਾਡੇ ਨਾਲ, ਤੁਸੀਂ ਸਾਡੇ ਨਾਲ, ਅਸੀਂ ਤੁਹਾਡੇ ਤੋਂ ਦੂਰ ਨਹੀਂ, ਤੁਸੀਂ ਸਾਡੇ ਤੋਂ ਦੂਰ ਨਹੀਂ। ਧੰਨ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ, ਮੇਰੀ ਇੱਕ ਇੱਛਾ ਹੈ, ਮੈਂ ਅਖੀਰਲਾ ਸਾਹ ਗੁਰੂ ਕੇ ਦਰਸ਼ਨ ਕਰਦਿਆਂ ਹੋਇਆਂ ਲੈਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਜਦੋਂ ਮੇਰਾ ਅਖੀਰਲਾ ਸਾਹ ਨਿਕਲੇ ਇਸ ਕਾਇਆ 'ਚੋਂ ਤੇ ਮੇਰਾ ਸੀਸ ਮੇਰੇ ਗੁਰੂ ਦੀ ਗੋਦ 'ਚ ਹੋਵੇ, ਕਿਉਂਕਿ ਜੀਵਨ ਤਾਂ ਭਾਵੇਂ ਮੇਰਾ ਪਹਿਲਾਂ ਆਰੰਭ ਹੋ ਗਿਆ, ਪਰ ਜਿੱਦਣ ਗੁਰਸਿੱਖੀ ਜੀਵਨ ਆਰੰਭ ਹੋਇਆ ਉਦਣ ਗੁਰੂ ਨਾਨਕ ਦੀ ਗੋਦ ਦੇ ਵਿੱਚ ਮੇਰਾ ਸੀਸ ਸੀ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਤੁਸੀਂ ਭਰੋਸਾ ਰੱਖਿਓ, ਤੁਹਾਡੀ ਇੱਛਾ ਜ਼ਰੂਰ ਪੂਰੀ ਹੋਏਗੀ। ਤੁਹਾਡਾ ਅਖੀਰਲਾ ਸਾਹ ਗੁਰੂ ਦੇ ਦਰਸ਼ਨ ਕਰਦਿਆਂ ਗੁਰੂ ਦੀ ਗੋਦ ਦੇ ਵਿੱਚ ਨਿਕਲੇਗਾ। ਤੇ ਉਹ ਇਤਿਹਾਸ ਲਿਖਦਾ ਹੈ, ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਨ ਹਰਗੋਬਿੰਦਪੁਰਾ ਨਗਰ ਵਿਖੇ। ਇੱਥੇ ਗੁਰੂ ਮਹਾਰਾਜ ਜੀ ਦੀ ਜੰਗ ਹੋਈ। ਜੰਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਤੀ ਹੈ। ਜੰਗ ਜਿੱਤਣ ਤੋਂ ਬਾਅਦ ਗੁਰੂ ਦੀਆਂ ਫੌਜਾਂ ਛਾਉਣੀ ਬਣਾ ਕੇ ਇੱਥੇ ਟਿਕੀਆਂ ਸਨ ਤੇ ਮਹਾਰਾਜ ਕੁਝ ਸਿੱਖਾਂ ਨੂੰ ਕਹਿਣ ਲੱਗੇ, ਚਲੋ ਰਮਦਾਸ ਨਗਰ ਵਿਖੇ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਇੱਥੋਂ ਰਮਦਾਸ ਪਹੁੰਚੇ ਹਨ।
ਧੰਨ ਬਾਬਾ ਬੁੱਢਾ ਸਾਹਿਬ ਨੇ ਜਦੋਂ ਸਰੀਰ ਰੂਪੀ ਝੋਲਾ ਛੱਡਣਾ ਸੀ, ਉਹਦੇ ਤੋਂ ਇੱਕ ਰਾਤ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਪਹੁੰਚ ਗਏ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ। ਧੰਨ ਬਾਬਾ ਬੁੱਢਾ ਸਾਹਿਬ ਵੀ ਜਾਣਦੇ ਸਨ ਕਿ ਹੁਣ ਕਹਾਣੀ ਅਖੀਰਲੇ ਅੱਖਰਾਂ ਤੇ ਹੈ। ਸਾਰੀ ਰਾਤ ਫਿਰ ਉਹਨਾਂ ਨੇ ਗੁਰੂ ਕੀ ਸੰਗਤ ਦੇ ਵਿੱਚ ਬਤੀਤ ਕੀਤੀ, ਗੁਰੂ ਕੇ ਦਰਸ਼ਨ ਦੀਦਾਰ ਕਰਦਿਆਂ ਹੋਇਆ। ਤੇ ਅੰਮ੍ਰਿਤ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੁਭਾਗੀ ਗੋਦ ਦੇ ਵਿੱਚ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਕਾਇਆ ਸਰੀਰ ਰੂਪੀ ਝੋਲਾ ਛੱਡਿਆ। ਸਾਰੀ ਜ਼ਿੰਦਗੀ ਗੁਰੂ ਨੂੰ ਸਮਰਪਿਤ ਹੋ ਕੇ ਜੀਵੇ ਹਨ ਤੇ ਕੋਈ ਕਿਸੇ ਤਰ੍ਹਾਂ ਦੀ ਇੱਛਾ ਰੱਖ ਕੇ ਉਹਨਾਂ ਨੇ ਗੁਰੂ ਦੀ ਸੇਵਾ ਨਹੀਂ ਕੀਤੀ ਹੈ। ਨਾ ਕਦੇ ਗੁਰੂ ਦੀ ਕਰਨੀ ਤੇ ਤਰਕ ਕੀਤਾ ਹੈ, ਨਾ ਕਦੇ ਗੁਰੂ ਦੇ ਹੁਕਮ ਤੇ ਤਰਕ ਕੀਤਾ। ਜਿੱਥੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਲਾਇਆ, ਸੇਵਾ ਲਾਈ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਸੇਵਾਵਾਂ ਨੂੰ ਬਖੂਬੀ ਪ੍ਰੇਮ ਭਾਵਨਾ, ਸ਼ਰਧਾ ਭਾਵਨਾ ਦੇ ਨਾਲ ਨਿਭਾਇਆ। ਔਰ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੱਕ 6 ਪਾਤਸ਼ਾਹੀਆਂ ਦੇ ਸਾਖਸ਼ਾਤ ਗੁਰਤਾ ਗੱਦੀ ਦੇ ਸਿੰਘਾਸਨ ਤੇ ਤਖਤ ਤੇ ਬਿਰਾਜਮਾਨ ਹੋਇਆਂ ਦੇ ਬਾਬਾ ਬੁੱਢਾ ਸਾਹਿਬ ਨੇ ਦਰਸ਼ਨ ਕੀਤੇ ਨੇ, ਸੇਵਾ ਕੀਤੀ ਹੈ। ਉਹਦੇ ਤੋਂ ਬਿਨਾਂ ਗੁਰੂ ਹਰ ਰਾਏ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਭਾਵੇਂ ਉਹ ਅਜੇ ਉਦੋਂ ਗੱਦੀ ਤੇ ਨਹੀਂ ਸਨ, ਪਰ ਉਹਨਾਂ ਦੇ ਵੀ ਦਰਸ਼ਨ ਦੀਦਾਰ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ ਹਨ। ਐਸੇ ਮਹਾਂਪੁਰਖ ਧੰਨ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦਾ ਸਾਰੇ ਦਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਜੀਵਨ, ਗੁਰਸੇਵਾ ਨੂੰ ਸਮਰਪਿਤ ਜੀਵਨ, ਜਿਹੜਾ ਜੀਵਨ ਸਾਡੇ ਲਈ ਇੱਕ ਪ੍ਰੇਰਣਾ ਸਰੋਤ ਹੈ ਕਿ ਸਿੱਖ ਦਾ ਜੀਵਨ ਕਿੱਦਾਂ ਦਾ ਜੀਵਨ ਹੋਣਾ ਚਾਹੀਦਾ ਹੈ। ਕਿਵੇਂ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਗੱਲ ਬਾਣੀ 'ਚ ਕਹਿੰਦੇ ਹਨ ਕਿ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਉਹ ਅਵਸਥਾ ਧੰਨ ਬਾਬਾ ਬੁੱਢਾ ਸਾਹਿਬ ਨੇ ਪ੍ਰਾਪਤ ਕੀਤੀ ਹੈ, ਹੰਢਾਈ ਹੈ, ਕਮਾਈ ਹੈ। 12 ਵਰਿਆਂ ਦੀ ਉਮਰ ਸੀ ਉਸ ਵਕਤ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੁਭਾਗੀ ਗੋਦ ਉਹਨਾਂ ਨੂੰ ਪ੍ਰਾਪਤ ਹੋਈ ਹੈ। ਔਰ 125 ਵਰਿਆਂ ਦੀ ਉਮਰ ਕੁੱਲ ਬਾਬਾ ਬੁੱਢਾ ਸਾਹਿਬ ਜੀ ਨੇ ਭੋਗੀ। ਇਹਦਾ ਕਰੀਬਨ 113 ਸਾਲ ਗੁਰੂ ਘਰ ਦੀਆਂ ਸੇਵਾਵਾਂ ਕਰਦਿਆਂ ਹੋਇਆਂ ਬਾਬਾ ਬੁੱਢਾ ਜੀ ਨੇ ਜੀਵਨ ਬਤੀਤ ਕੀਤਾ ਹੈ। ਤੇ ਮਾਣ ਅਭਿਮਾਨ ਕਦੇ ਉਹਨਾਂ ਨੇ ਨਹੀਂ ਵਿਖਾਇਆ ਕਿ ਮੈਂ ਬੜਾ ਉੱਚ ਕੋਟੀ ਦਾ ਸੇਵਕ ਹਾਂ ਤੇ ਸੇਵਾਦਾਰ ਹਾਂ। ਹਮੇਸ਼ਾ ਨਿਮਾਣੇ ਬਣ ਕੇ ਰਹੇ ਹਨ, ਨਿਤਾਣੇ ਬਣ ਕੇ ਰਹੇ ਨੇ। ਅਖੀਰ ਗੁਰੂ ਦੀਆਂ ਖੁਸ਼ੀਆਂ ਲੈਂਦੇ ਹੋਏ ਜੋਤੀ ਜੋਤ ਰੜੀ, ਸੰਪੂਰਨ ਥੀਆ ਰਾਮ, ਸੂਰਜ ਕਿਰਨ ਮਿਲੈ।